हेलो स्टूडेंट्स, गुड मॉर्निंग एवरीवन। असी लैंग्वेज बुक ਦੇ 3rd ਚੈਪਟਰ ਅੱਖਰ ਜਾਂ ਵਰਨ ਬੋਧ ਦੀ ਫਸਟ ਵੀਡੀਓ ਵਿੱਚ ਅਸੀਂ ਐਕਸਪਲੇਨੇਸ਼ਨ ਪੜ੍ਹੀ ਸੀ ਕਿ ਅੱਖਰ ਜਾਂ ਵਰਨ ਕੀ ਹੁੰਦੇ ਨੇ। ਅੱਖਰ ਜਾਂ ਵਰਨ ਕੀ ਹੁੰਦੇ ਨੇ ਕਿ ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਸਾਨੂੰ ਕੁਝ ਚਿੰਨ੍ਹਾਂ ਦੀ ਲੋੜ ਪੈਂਦੀ ਹੈ। ਇਹ ਚਿੰਨ੍ਹ ਹੀ ਉਸ ਭਾਸ਼ਾ ਦੇ ਅੱਖਰ ਜਾਂ ਵਰਨ ਕਹਿੰਦੇ ਨੇ। ਤਾਂ ਸਾਡੇ ਜੋ ਅੱਖਰ ਜਾਂ ਵਰਨ ਨੇ ਸਾਡੀ ਵਿਆਕਰਨ ਵਿੱਚ ਤਿੰਨ ਮੁੱਖ ਸਵਰ ਨੇ, ਊੜਾ, ਐੜਾ ਅਤੇ ਈੜੀ। ਉਸ ਤੋਂ ਇਲਾਵਾ ਵਿਅੰਜਨ 38 ਵਿਅੰਜਨ ਨੇ, ਸੱਸਾ ਤੋਂ ਰਾੜਾ, ਲੱਲੇ ਪੈਰ ਬਿੰਦੀ ਤੱਕ। ਉਸ ਤੋਂ ਬਾਅਦ ਅਸੀਂ ਪੜ੍ਹਿਆ ਸੀ ਵਰਨਮਾਲਾ ਬਾਰੇ ਕਿ ਵਰਨਮਾਲਾ ਕੀ ਹੁੰਦੀ ਹੈ ਕਿ 41 ਅੱਖਰਾਂ ਨੂੰ, ਗੁਰਮੁਖੀ ਲਿਪੀ ਦੇ 41 ਅੱਖਰਾਂ ਨੂੰ ਜਦੋਂ ਨਿਸ਼ਚਿਤ ਤਰਤੀਬ ਦੇ ਵਿੱਚ ਅਸੀਂ ਲਿਖਦੇ ਹਾਂ, ਪ੍ਰੋਪਰ ਵੇ ਨਾਲ ਲਿਖਦੇ ਹਾਂ ਤਾਂ ਉਹ ਵਰਨਮਾਲਾ ਬਣ ਜਾਂਦੀ ਹੈ। ਇਸ ਨੂੰ 8 ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਮੁੱਖ ਵਰਗ, ਕ ਵਰਗ, ਚ ਵਰਗ, ਟ ਵਰਗ, ਤ ਵਰਗ, ਪ ਵਰਗ, ਅੰਤਿਮ ਵਰਗ ਅਤੇ ਨਵੀਨ ਵਰਗ। ਉਸ ਤੋਂ ਬਾਅਦ ਅਸੀਂ ਪੜ੍ਹਿਆ ਸੀ ਅੱਖਰਾਂ ਜਾਂ ਵਰਨਾਂ ਦੀਆਂ ਕਿਸਮਾਂ ਕਿ ਅੱਖਰ ਜਾਂ ਵਰਨ ਦੋ ਕਿਸਮ ਦੇ ਹੁੰਦੇ ਹਨ, ਸਵਰ ਅਤੇ ਵਿਅੰਜਨ। ਸਵਰ ਕਿਹੜੇ ਹੁੰਦੇ ਨੇ? ਜਦੋਂ ਅਸੀਂ ਅੱਖਰਾਂ ਦਾ ਉਚਾਰਨ ਕਰਦੇ ਹਾਂ, ਬੋਲਦੇ ਹਾਂ ਤਾਂ ਸਾਨੂੰ ਉਸ ਸਮੇਂ ਕਿਸੇ ਹੋਰ ਸਵਰ ਦੀ ਲੋੜ ਨਹੀਂ ਪੈਂਦੀ। ਅਸੀਂ ਉਚਾਰਨ ਕਰਨ ਸਮੇਂ ਸਾਹ ਮੂੰਹ ਵਿੱਚੋਂ ਆਸਾਨੀ ਨਾਲ ਕੱਢਦੇ ਹਾਂ, ਉਸ ਨੂੰ ਅਸੀਂ ਸਵਰ ਕਹਿੰਦੇ ਹਾਂ। ਸਾਡੀ ਮੁੱਖ 3 ਸਵਰ ਨੇ, ਊੜਾ, ਐੜਾ, ਈੜੀ। ਅੱਗੇ ਇਹਨਾਂ ਤੋਂ ਹੀ ਸਾਡੀਆਂ ਲਗਾ ਮਾਤਰਾਵਾਂ ਬਣਦੀਆਂ ਹਨ। ਉਸ ਤੋਂ ਬਾਅਦ ਹੈ ਵਿਅੰਜਨ। ਵਿਅੰਜਨ ਕੀ ਹੁੰਦੇ ਨੇ? ਜਦੋਂ ਅਸੀਂ ਅੱਖਰਾਂ ਦਾ ਉਚਾਰਨ ਕਰਦੇ ਹਾਂ ਤਾਂ ਸਾਨੂੰ ਕਿਸੇ ਹੋਰ ਸਵਰ ਦੀ ਲੋੜ ਪੈਂਦੀ ਹੈ, ਜਾਂ ਕਦੀ ਅਸੀਂ ਜੀਭ, ਜਦੋਂ ਅਸੀਂ ਅੱਖਰਾਂ ਦਾ ਉਚਾਰਨ ਕਰਦੇ ਹਾਂ ਤਾਂ ਕਦੀ ਜੀਭ ਦੰਦਾਂ ਦੀ ਅੰਦਰਲੇ ਪਾਸੇ ਛੋਂਦੀ ਹੈ, ਕਦੇ ਤਾਲੂ ਨਾਲ ਅਤੇ ਕਦੇ ਬੁੱਲ ਕੁਝ ਮਿਟੇ ਜਾਂਦੇ ਨੇ, ਤਾਂ ਉਸ ਨੂੰ ਅਸੀਂ ਵਿਅੰਜਨ ਕਹਿੰਦੇ ਹਾਂ। ਸਾਡੀ ਵਰਨਮਾਲਾ ਵਿੱਚ 38 ਵਿਅੰਜਨ ਹਨ, ਸੱਸਾ ਤੋਂ ਰਾੜਾ ਤੱਕ। ਅੱਗੇ ਵਿਅੰਜਨ ਦੋ ਕਿਸਮ ਦੇ ਹੁੰਦੇ ਹਨ, ਅਨੁਨਾਸਿਕ ਵਿਅੰਜਨ ਅਤੇ ਦੁੱਤ ਅੱਖਰ। ਅਨੁਨਾਸਿਕ ਵਿਅੰਜਨ ਕਿਹੜੇ ਹੁੰਦੇ ਨੇ? ਜਦੋਂ ਅਸੀਂ ਇਹਨਾਂ ਨੂੰ ਬੋਲਦੇ ਹਾਂ, ਉਚਾਰਨ ਕਰਦੇ ਹਾਂ ਤਾਂ ਇਹਨਾਂ ਦੀ ਆਵਾਜ਼ ਅਸੀਂ ਨੱਕ ਰਾਹੀਂ ਬਾਹਰ ਕੱਢਦੇ ਹਾਂ। ਇਹ 5 ਹੁੰਦੇ ਹਨ, ਨਈਆਂ, ਅਈਆਂ, ਨਾਣਾ, ਨੰਨਾ ਤੇ ਮੰਮਾ। ਦੁੱਤ ਅੱਖਰ ਕਿਹੜੇ ਹੁੰਦੇ ਨੇ? ਇਹ ਅੱਧੇ ਰੂਪ ਵਿੱਚ ਕਿਸੇ ਪੂਰੇ ਅੱਖਰ ਦੇ ਪੈਰ ਵਿੱਚ ਲਗਾਏ ਜਾਂਦੇ ਹਨ। ਇਹ 3 ਹੁੰਦੇ ਹਨ, ਹਾਹਾ, ਰਾਰਾ ਅਤੇ ਵਾਵਾ। ਜਿਵੇਂ ਹਾਹਾ ਹੜ, ਹਾਹਾ ਰਾੜੇ ਦੇ ਪੈਰ 'ਚ ਹਾਹਾ। ਰ ਕਰਮ, ਕੱਕੇ ਦੇ ਪੈਰ 'ਚ ਰਾਰਾ, ਮੰਮਾ ਕਰਮ। ਉਸ ਤੋਂ ਬਾਅਦ ਹੈ ਵਾਵਾ, ਸਵੈ ਜੀਵਨੀ, ਸੱਸੇ ਦੇ ਪੈਰ 'ਚ ਵਾਵਾ, ਦੁਲਾਵਾਂ, ਸਵੈ ਜੀਵਨੀ। ਉਸ ਤੋਂ ਬਾਅਦ ਅਸੀਂ ਪੜ੍ਹਿਆ ਸੀ ਲਿਪੀ ਬਾਰੇ ਕਿ ਲਿਪੀ ਕੀ ਹੁੰਦੀ ਹੈ ਕਿ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਜਿਹੜੇ ਅੱਖਰ ਅਸੀਂ ਵਰਤਦੇ ਹਾਂ ਉਹ ਉਸ ਭਾਸ਼ਾ ਦੀ ਲਿਪੀ ਅਖਵਾਉਂਦੇ ਨੇ। ਤਾਂ ਸਾਡੀਆਂ 3 ਭਾਸ਼ਾਵਾਂ ਨੇ, ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ। ਇਹਨਾਂ ਤਿੰਨਾਂ ਭਾਸ਼ਾਵਾਂ ਦੀਆਂ ਆਪਣੀਆਂ ਆਪਣੀਆਂ ਲਿਪੀਆਂ ਹਨ। ਸਾਡੀ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਲਿਪੀ ਹੈ, ਹਿੰਦੀ ਭਾਸ਼ਾ ਦੀ ਲਿਪੀ ਦੇਵਨਾਗਰੀ ਹੈ ਅਤੇ ਅੰਗਰੇਜ਼ੀ ਭਾਸ਼ਾ ਦੀ ਲਿਪੀ ਰੋਮਨ ਹੈ। ਤਾਂ ਅਸੀਂ ਇਸ ਨਾਲ ਹੀ ਰਿਲੇਟਡ ਇਸ ਚੈਪਟਰ ਅੱਖਰ ਜਾਂ ਵਰਨ ਬੋਧ ਦਾ ਬੁੱਕ ਵਰਕ ਕਰਦੇ ਹਾਂ। ਫਸਟ ਕੁਐਸਚਨ ਹੈ ਬਹੁ ਵਿਕਲਪੀ ਪ੍ਰਸ਼ਨ। ਬਹੁ ਵਿਕਲਪੀ ਪ੍ਰਸ਼ਨ ਜਿਸ ਨੂੰ ਅਸੀਂ ਇੰਗਲਿਸ਼ ਵਿੱਚ ਮਲਟੀਪਲ ਕੁਐਸਚਨਸ MCQ ਬੋਲਦੇ ਹਾਂ। ਫਸਟ ਕੁਐਸਚਨ ਹੈ ਕਿਸੇ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਕਿਸ ਚੀਜ਼ ਦੀ ਲੋੜ ਪੈਂਦੀ ਹੈ? ਆਪਾਂ ਨੇ ਪੜ੍ਹਿਆ ਸੀ ਕਿਸੇ ਭਾਸ਼ਾ ਨੂੰ ਲਿਖਤੀ ਰੂਪ ਅਸੀਂ ਦਿੰਦੇ ਹਾਂ ਤਾਂ ਸਾਨੂੰ ਕਿਸ ਚੀਜ਼ ਦੀ ਲੋੜ ਪੈਂਦੀ ਹੈ? ਲਿਪੀ ਦੀ। ਤਾਂ ਆਨਸਰ ਇਜ਼ ਲਿਪੀ ਦੀ। ਨੈਕਸਟ ਹੈ ਫਾਰਸੀ ਦੇ ਸ਼ਬਦਾਂ ਲਈ ਕਿਹੜੇ ਕਿਹੜੇ ਅੱਖਰ ਵਰਤੇ ਜਾਂਦੇ ਹਨ? ਫਾਰਸੀ ਤੋਂ ਜੋ ਅਸੀਂ 5 ਅੱਖਰ ਲਏ ਸੀ, ਉਹ 6 ਅੱਖਰ ਲਏ ਸੀ, ਉਹ ਸੀ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਅਤੇ ਲੱਲੇ ਪੈਰ ਬਿੰਦੀ। ਕਿਉਂਕਿ ਪਹਿਲਾਂ ਕੀ ਸੀ, 35 ਅੱਖਰੀ ਸੀ ਸਾਡੀ ਵਰਨਮਾਲਾ। ਉਸ ਤੋਂ ਬਾਅਦ 6 ਅੱਖਰ, ਪਹਿਲਾਂ ਫਾਰਸੀ ਦੇ 5 ਅੱਖਰ ਲਏ ਗਏ, ਫਿਰ ਇੱਕ ਲੱਲੇ ਪੈਰ ਬਿੰਦੀ ਅੱਖਰ ਲਿਆ ਗਿਆ, ਸ਼ਾਮਿਲ ਕੀਤਾ ਗਿਆ। ਤਾਂ ਹੁਣ ਸਾਡੀ ਵਰਨਮਾਲਾ ਦੇ ਕੁੱਲ ਅੱਖਰ 41 ਹਨ। ਨੈਕਸਟ ਕੁਐਸਚਨ ਹੈ ਅਨੁਨਾਸਕ ਅੱਖਰ ਕਿਸ ਰਾਹੀਂ ਬੋਲੇ ਜਾਂਦੇ ਹਨ? ਜਦੋਂ ਅਸੀਂ ਅਨੁਨਾਸਿਕ ਅੱਖਰਾਂ ਦਾ ਉਚਾਰਨ ਕਰਦੇ ਹਾਂ ਤਾਂ ਆਵਾਜ਼ ਕਿੱਥੋਂ ਆਉਂਦੀ ਹੈ? ਨੱਕ ਰਾਹੀਂ ਅਸੀਂ ਕੱਢਦੇ ਹਾਂ। ਕਿਹੜੇ ਅੱਖਰ ਪੈਰ ਵਿੱਚ ਲੱਗ ਕੇ ਸੰਯੁਕਤ ਆਵਾਜ਼ ਦਿੰਦੇ ਹਨ? ਦੁੱਤ ਅੱਖਰ। ਤਾਂ ਜਿਹੜੇ ਅੱਖਰ ਪੈਰ ਵਿੱਚ ਲਗਾਏ ਜਾਂਦੇ ਨੇ ਫਿਰ ਉਹ ਸੰਯੁਕਤ ਆਵਾਜ਼ ਦਿੰਦੇ ਨੇ ਤਾਂ ਅਸੀਂ ਉਹਨਾਂ ਨੂੰ ਦੁੱਤ ਅੱਖਰ ਕਹਿੰਦੇ ਹਾਂ। ਸਵਰ ਅੱਖਰ ਕਿਹੜੇ ਕਿਹੜੇ ਹਨ? ਸਵਰ ਅੱਖਰ ਜੇ ਪੁੱਛਿਆ ਜਾਵੇ ਮੁੱਖ ਸਵਰ ਕਿੰਨੇ ਨੇ, ਫਿਰ ਅਸੀਂ 3 ਕਹਾਂਗੇ, ਊੜਾ, ਐੜਾ ਅਤੇ ਈੜੀ। ਜਦੋਂ ਉਹਨਾਂ ਦੇ ਨਾਲ ਮਾਤਰਾਵਾਂ ਲੱਗ ਜਾਂਦੀਆਂ ਨੇ ਤਾਂ ਫਿਰ ਉਹ ਸਵਰ ਅੱਖਰ। ਤਾਂ ਅਸੀਂ ਲਿਖਾਂਗੇ ਸੱਸਾ ਤੋਂ ਰਾੜਾ ਤੱਕ। ਤਾਲਵੀ ਆਵਾਜ਼ ਪੈਦਾ ਕਰਨ ਲਈ ਕਿਹੜੇ ਅੱਖਰ ਦੇ ਪੈਰ ਬਿੰਦੀ ਲਾਈ ਜਾਂਦੀ ਹੈ? ਤਾਂ ਕਿਹੜੇ ਅੱਖਰ ਦੇ ਪੈਰ ਬਿੰਦੀ ਲਾਈ ਜਾਂਦੀ ਹੈ? ਲੱਲੇ ਪੈਰ ਬਿੰਦੀ।
ਹੇਠ ਲਿਖਿਆਂ ਵਿੱਚੋਂ ਲੱਲਾ ਪੈਰ ਬਿੰਦੀ ਦੀ ਵਰਤੋਂ ਵਾਲਾ ਸ਼ਬਦ ਚੁਣੋ। ਕਿਹੜਾ ਸ਼ਬਦ ਹੈ? ਝਲਕ। ਪੰਜਾਬੀ ਭਾਸ਼ਾ ਲਈ ਵਰਤੀ ਜਾਂਦੀ ਲਿਪੀ ਦਾ ਨਾਮ। ਪੰਜਾਬੀ ਭਾਸ਼ਾ ਦੀ ਸਾਡੀ ਲਿਪੀ ਦਾ ਨਾਮ ਹੈ ਗੁਰਮੁਖੀ ਲਿਪੀ। ਜੋ ਨੈਕਸਟ ਸ਼ਾਰਟ ਕੁਐਸਚਨ ਤੇ ਲੌਂਗ ਕੁਐਸਚਨਸ ਅਸੀਂ ਨੈਕਸਟ ਕਰਦੇ ਹਾਂ। ਉਸ ਤੋਂ ਬਾਅਦ ਬੁੱਕ ਵਰਕ ਦਾ ਕੁਐਸਚਨ ਹੈ ਖਾਲੀ ਥਾਵਾਂ ਭਰੋ। ਖਾਲੀ ਥਾਵਾਂ ਦੇ ਵਿੱਚ ਆਪਸ਼ਨਸ ਨੇ ਵਰਨਮਾਲਾ, ਅਨੁਨਾਸਕ, ਨਾਣਾ, ਗੁਰਮੁਖੀ ਲਿਪੀ, ਅੱਖਰ ਅਤੇ ਦੇਵਨਾਗਰੀ। ਤਾਂ ਫਸਟ ਵਾਕ ਹੈ ਪੰਜਾਬੀ ਭਾਸ਼ਾ ਲਈ ਵਰਤੇ ਜਾਂਦੇ ਚਿੰਨ੍ਹ ਡੈਸ਼ ਅਖਵਾਉਂਦੇ ਹਨ। ਕਿਹੜੇ ਚਿੰਨ੍ਹ ਅਖਵਾਉਂਦੇ ਹਨ? ਗੁਰਮੁਖੀ ਲਿਪੀ। ਅੱਖਰਾਂ, ਲਗਾਂ, ਲਗਾਖਰਾਂ ਨਾਲ ਡੈਸ਼ ਦਾ ਸਰੂਪ ਬਣਦਾ ਹੈ। ਕਿਸ ਦਾ ਸਰੂਪ ਬਣਦਾ ਹੈ? ਅੱਖਰ ਦਾ। ਅਸੀਂ ਅੱਖਰ ਬੋਧ ਤੋਂ ਹੀ ਅੱਖਰਾਂ ਬਾਰੇ, ਲਗਾਂ ਬਾਰੇ ਅਤੇ ਲਗਾਖਰਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਨੱਕ ਰਾਹੀਂ ਡੈਸ਼ ਅੱਖਰ ਬੋਲੇ ਜਾਂਦੇ ਹਨ। ਕਿਹੜੇ ਅੱਖਰ ਬੋਲੇ ਜਾਂਦੇ ਹਨ? ਅਨੁਨਾਸਿਕ ਅੱਖਰ। ਡੈਸ਼ ਅੱਖਰ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ। ਸਾਡੇ ਪੰਜਾਬੀ ਵਰਨਮਾਲਾ ਦੇ ਵਿੱਚ ਨਾਣਾ ਅੱਖਰ ਨਾਲ ਕੋਈ ਵੀ ਸ਼ਬਦ ਸ਼ੁਰੂ ਨਹੀਂ ਹੁੰਦਾ। ਇਹ ਸ਼ਬਦ ਦੇ ਵਿਚਕਾਰ ਅੱਖਰ ਦੀ ਵਰਤੋਂ ਹੁੰਦੀ ਹੈ, ਪਰ ਇਸ ਅੱਖਰ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ। ਹਿੰਦੀ ਲਈ ਡੈਸ਼ ਲਿਪੀ ਵਰਤੀ ਜਾਂਦੀ ਹੈ। ਹਿੰਦੀ ਦੀ ਲਿਪੀ ਹੈ ਦੇਵਨਾਗਰੀ। ਅੱਖਰਾਂ ਨੂੰ ਤਰਤੀਬ ਵਿੱਚ ਲਿਖਣ ਨਾਲ ਡੈਸ਼ ਬਣਦੀ ਹੈ। ਜਦੋਂ ਅਸੀਂ ਭਾਸ਼ਾ ਦੇ ਲਿਪੀ ਦੇ ਅੱਖਰਾਂ ਨੂੰ ਅਸੀਂ ਤਰਤੀਬ ਦੇ ਵਿੱਚ ਲਿਖਦੇ ਹਾਂ, ਪ੍ਰੋਪਰ ਵੇ ਨਾਲ ਲਿਖਦੇ ਹਾਂ, ਤਾਂ ਉਹ ਕੀ ਬਣ ਜਾਂਦੀ ਹੈ? ਵਰਨਮਾਲਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਗਲਤ ਵਾਕਾਂ ਅੱਗੇ ਗਲਤ ਦਾ ਨਿਸ਼ਾਨ ਲਗਾਓ। ਜੋ ਵਾਕ ਗਲਤ ਨੇ, ਗਲਤ ਦਾ ਨਿਸ਼ਾਨ, ਜੋ ਸਹੀ ਨੇ, ਸਹੀ ਦਾ ਨਿਸ਼ਾਨ। ਗੁਰਮੁਖੀ ਲਿਪੀ ਦੇ 40 ਅੱਖਰ ਹਨ। ਗਲਤ ਹੈ। ਕਿੰਨੇ ਅੱਖਰ ਹਨ? 41। ਪੰਜਾਬੀ ਭਾਸ਼ਾ ਦੀ ਲਿਪੀ ਦਾ ਨਾਂ ਦੇਵਨਾਗਰੀ ਹੈ। ਗਲਤ ਹੈ। ਪੰਜਾਬੀ ਭਾਸ਼ਾ ਦੀ ਲਿਪੀ ਦਾ ਨਾਂ ਗੁਰਮੁਖੀ ਹੈ। ਵਰਨਮਾਲਾ ਨੂੰ 8 ਵਰਗਾਂ ਵਿੱਚ ਵੰਡਿਆ ਗਿਆ ਹੈ। ਸਹੀ ਹੈ। ਪਾਲਾ, ਕਾਲਾ ਸਹੀ ਸ਼ਬਦ ਹਨ। ਸਹੀ ਹੈ। ਰਾੜਾ ਅੱਖਰ ਨਾਲ ਸ਼ਬਦ ਸ਼ੁਰੂ ਹੋ ਸਕਦਾ ਹੈ। ਰਾੜਾ ਅੱਖਰ ਨਾਲ ਵੀ ਪੰਜਾਬੀ ਵਰਨਮਾਲਾ ਦਾ ਕੋਈ ਵੀ ਸ਼ਬਦ ਸ਼ੁਰੂ ਨਹੀਂ ਹੁੰਦਾ। ਇਸ ਅੱਖਰ ਦੀ ਵਰਤੋਂ ਵੀ ਸ਼ਬਦ ਦੇ ਵਿਚਕਾਰ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਅਸੀਂ ਨੈਕਸਟ ਕਰਦੇ ਹਾਂ ਇਸ ਚੈਪਟਰ ਦੇ ਕੁਐਸਚਨ ਆਨਸਰ। ਫਸਟ ਕੁਐਸਚਨ ਹੈ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਕੁਝ ਸ਼ਬਦਾਂ ਵਿੱਚ ਲਿਖੋ। ਕੁਝ ਸ਼ਬਦਾਂ ਵਿੱਚ ਵਨ ਵਰਡ ਦੇ ਵਿੱਚ ਆਨਸਰ ਬੋਲਣੇ ਹੈ। ਗੁਰਮੁਖੀ ਲਿਪੀ ਦੇ ਕੁੱਲ ਕਿੰਨੇ ਅੱਖਰ ਹਨ? ਕੁੱਲ ਅੱਖਰ ਹਨ 41। ਪੈਰ ਬਿੰਦੀ ਵਾਲੇ ਅੱਖਰਾਂ ਦੇ ਲੱਗਦੀ ਹੈ। ਜੋ ਪੈਰ ਬਿੰਦੀ ਹੈ ਉਹ 6 ਅੱਖਰਾਂ ਦੇ ਲੱਗਦੀ ਹੈ। ਦੁੱਤ ਅੱਖਰ ਕਿਹੜੇ ਰੂਪ ਵਿੱਚ ਲੱਗਦੇ ਹਨ? ਦੁੱਤ ਅੱਖਰ ਅੱਧੇ ਰੂਪ ਵਿੱਚ ਕਿਸੇ ਪੂਰੇ ਅੱਖਰ ਦੇ ਪੈਰ ਵਿੱਚ ਲੱਗ ਕੇ ਸੰਯੁਕਤ ਆਵਾਜ਼ ਦਿੰਦੇ ਹਨ। ਵਰਨਮਾਲਾ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਜਾਂਦਾ ਹੈ? 8 ਵਰਗਾਂ ਵਿੱਚ। ਸਵਾਰ ਅੱਖਰ ਕਿੰਨੇ ਤੇ ਕਿਹੜੇ ਹਨ? ਸਾਡੇ ਸਵਾਰ ਅੱਖਰ 3 ਹਨ, ਊੜਾ, ਐੜਾ ਅਤੇ ਈੜੀ। ਵਿਅੰਜਨ ਕਿੰਨੇ ਤੇ ਕਿਹੜੇ ਕਿਹੜੇ ਹਨ? ਵਿਅੰਜਨ 38 ਹਨ, ਸੱਸਾ ਤੋਂ ਰਾੜਾ ਤੱਕ। ਸਵਰ 3 ਨੂੰ ਮਿਲਾ ਕੇ ਫਿਰ ਸਾਡੇ ਵਰਨਮਾਲਾ ਦੇ ਕੁੱਲ ਅੱਖਰ 41 ਬਣਦੇ ਹਨ। ਉਸ ਤੋਂ ਬਾਅਦ ਹੈ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਰੂਪ ਵਿੱਚ ਲਿਖੋ। 2 ਔਰ 3 ਲਾਈਨਸ ਦੇ ਵਿੱਚ ਅਸੀਂ ਆਨਸਰ ਕਰਨੇ ਆ। ਫਸਟ ਕੁਐਸਚਨ ਹੈ ਅੱਖਰ ਜਾਂ ਵਰਨ ਕੀ ਹੁੰਦੇ ਹਨ? ਅੱਖਰ ਜਾਂ ਵਰਨ ਕੀ ਹੁੰਦੇ ਨੇ? ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਕੁਝ ਚਿੰਨ੍ਹਾਂ ਦੀ ਲੋੜ ਪੈਂਦੀ ਹੈ। ਜੋ ਚਿੰਨ੍ਹ ਨੇ ਉਸ ਭਾਸ਼ਾ ਦੇ ਅੱਖਰ ਜਾਂ ਵਰਨ ਅਖਵਾਉਂਦੇ ਹਨ। ਗੁਰਮੁਖੀ ਲਿਪੀ ਦਾ ਰੂਪ ਕਿਵੇਂ ਬਣਦਾ ਹੈ ਕਿ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਦੀ ਲਿਪੀ ਹੈ ਜੋ ਪੰਜਾਬੀ ਭਾਸ਼ਾ ਲਈ ਬਿਲਕੁਲ ਢੁਕਵੀਂ ਸਹੀ ਸ਼ੁੱਧ ਲਿਪੀ ਹੈ। ਇਸ ਦੇ 35 + 6 ਪਹਿਲਾਂ 35 ਅੱਖਰ ਹੀ ਸੀ, ਫਿਰ 6 ਅੱਖਰ ਫਾਰਸੀ ਭਾਸ਼ਾ ਵਿੱਚੋਂ ਸ਼ਾਮਿਲ ਹੋਏ, ਤਾਂ ਹੁਣ ਕੁੱਲ 41 ਅੱਖਰ, 10 ਲਗਾਂ ਅਤੇ 3 ਲਗਾਖਰ ਹਨ। ਅੱਖਰਾਂ ਦੇ ਪੈਰ ਬਿੰਦੀ ਕਿਉਂ ਲਾਈ ਜਾਂਦੀ ਹੈ? ਕਿਉਂ ਲਾਈ ਜਾਂਦੀ ਹੈ? ਫਾਰਸੀ ਭਾਸ਼ਾ ਦੇ ਸ਼ਬਦਾਂ ਨੂੰ ਉਹਨਾਂ ਦੇ ਸਹੀ ਰੂਪ ਵਿੱਚ ਲਿਖਣ ਲਈ 5 ਅੱਖਰਾਂ ਦੇ ਪੈਰ ਬਿੰਦੀ ਲਗਾਈ ਜਾਂਦੀ ਹੈ। ਸਵਰ ਅੱਖਰ ਕੀ ਹੁੰਦੇ? ਸਵਰ ਕੀ ਹੁੰਦੇ ਨੇ ਕਿ ਜਦੋਂ ਅਸੀਂ ਅੱਖਰਾਂ ਦਾ ਉਚਾਰਨ ਕਰਦੇ ਹਾਂ ਉਸ ਸਮੇਂ ਕਿਸੇ ਹੋਰ ਸਵਰ ਦੀ ਸਹਾਇਤਾ ਦੀ ਸਾਨੂੰ ਲੋੜ ਨਹੀਂ ਪੈਂਦੀ ਔਰ ਅਸੀਂ ਉਚਾਰਨ ਕਰਨ ਸਮੇਂ ਸਾਹ ਮੂੰਹ ਵਿੱਚੋਂ ਆਸਾਨੀ ਨਾਲ ਬਾਹਰ ਕੱਢਦੇ ਹਾਂ। ਉਸ ਨੂੰ ਅਸੀਂ ਸਵਰ ਅੱਖਰ ਕਹਿੰਦੇ ਹਾਂ। ਅਨੁਨਾਸਕ ਅੱਖਰ ਕੀ ਹੁੰਦੇ ਹਨ? ਇਹ ਕਿੰਨੇ ਅਤੇ ਕਿਹੜੇ ਕਿਹੜੇ ਹਨ? ਅਨੁਨਾਸਕੀ ਅੱਖਰ ਕਿਹੜੇ ਹੁੰਦੇ ਹਨ? ਅਨੁਨਾਸਕੀ ਅੱਖਰ ਨੱਕ ਰਾਹੀਂ ਬੋਲੇ ਜਾਂਦੇ ਹਨ। ਇਹ 5 ਹੁੰਦੇ ਹਨ, ਅਈਆਂ, ਨਈਆਂ, ਨਾਣਾ, ਨੰਨਾ ਤੇ ਮੱਮਾ। ਨੈਕਸਟ ਕੁਐਸਚਨ ਹੈ ਦੁੱਤ ਅੱਖਰ ਕੀ ਹੁੰਦੇ ਹਨ? ਇਹ ਕਿੰਨੇ ਅਤੇ ਕਿਹੜੇ ਕਿਹੜੇ ਹਨ? ਦੁੱਤ ਅੱਖਰ ਅੱਧੇ ਰੂਪ ਵਿੱਚ ਕਿਸੇ ਪੂਰੇ ਅੱਖਰ ਦੇ ਪੈਰ ਵਿੱਚ ਲੱਗ ਕੇ ਇੱਕ ਸੰਯੁਕਤ ਆਵਾਜ਼ ਦਿੰਦੇ ਨੇ ਔਰ ਇਹ ਸਾਡੇ ਵਰਨਮਾਲਾ ਦੇ ਵਿੱਚ 3 ਅੱਖਰ ਹਨ, ਹਾਹਾ, ਰਾਰਾ ਅਤੇ ਵਾਵਾ। ਰਾਰਾ, ਹਾਹਾ ਅਤੇ ਵਾਵਾ। ਸੋ ਇਹ ਸੀ ਬੱਚੇ ਸਾਡਾ ਲੈਂਗੁਏਜ ਬੁੱਕ ਦਾ 3rd ਚੈਪਟਰ ਅੱਖਰ ਜਾਂ ਵਰਨਬੋਧ ਦੀ ਐਕਸਪਲੇਨੇਸ਼ਨ ਅਤੇ ਬੁੱਕ ਵਰਕ ਦੇ ਕੁਐਸਚਨ ਆਨਸਰ। ਥੈਂਕ ਯੂ।